ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਜ ਪ੍ਰਕਾਸ਼ ਗ੍ਰੰਥ ਦੇ ਬਾਰੇ ਜੋ ਵਿਚਾਰ ਲੜੀ ਚੱਲ ਰਹੀ ਹੈ, ਪਿਛਲੀ ਵੀਡੀਓ ਵਿੱਚ ਅਸੀਂ ਸਮਝਿਆ ਸੀ ਕਿ ਕਿਵੇਂ ਇਹ ਲਿਖਾਰੀ ਕਿਸੇ ਨਾ ਕਿਸੇ ਤਰੀਕੇ ਨਾਲ ਮਨਮਤਾਂ ਸਿੱਖ ਧਰਮ ਵਿੱਚ ਵਾੜ ਰਿਹਾ ਹੈ, ਕਿਵੇਂ ਇਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਪ੍ਰਚਾਰੀ ਪ੍ਰਸਾਰੀ ਗਈ ਗੁਰਮਤ ਨੂੰ ਖੰਡਿਤ ਕਰ ਰਿਹਾ ਹੈ। ਔਰ ਖ਼ਾਸ ਤੌਰ 'ਤੇ ਹੁਣ ਇਹ ਬਹੁਤ ਨਿਚਲੇ ਸਤਰ 'ਤੇ ਆ ਕੇ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਦਾਗਦਾਰ ਕਰ ਰਿਹਾ। ਪਹਿਲਾਂ ਤਾਂ ਸਿਰਫ ਬੰਦਿਆਂ ਪਾਸੋਂ ਹੀ ਚਰਨ ਘੁਟਾ ਰਿਹਾ ਸੀ, ਬੰਦਿਆਂ ਕੋਲੋਂ ਹੀ ਚਰਨ ਧਵਾ ਰਿਹਾ ਸੀ। ਹੌਲੀ ਹੌਲੀ ਔਰਤਾਂ ਤੋਂ ਚਰਨ ਚਟਾਉਂਦਾ ਚਟਾਉਂਦਾ ਇਹ ਚਰਨ ਦਬਾਉਣ ਤੱਕ ਆ ਗਿਆ। ਅਤੇ ਅੱਗੇ ਇਸ ਤੋਂ ਅੱਜ ਜਿਹੜੀ ਕਹਾਣੀ ਅਸੀਂ ਲੈਣੀ ਹੈ, ਇਹਦੇ ਵਿੱਚ ਤਾਂ ਸਾਰੇ ਹੱਦਾਂ ਬੰਨੇ ਇਹ ਲਿਖਾਰੀ ਟੱਪ ਗਿਆ ਹੈ। ਇਹ ਸਾਡੀ ਸਮਝ ਹੈ ਕਿ ਅਸੀਂ ਇਸ ਗੱਲ ਨੂੰ ਕਿਵੇਂ ਸਮਝਦੇ ਹਾਂ, ਕਿਉਂਕਿ ਸਾਡੇ ਪ੍ਰਚਾਰਕਾਂ ਨੇ, ਸਾਡੇ ਕਹੇ ਜਾਂਦੇ ਵਿਦਵਾਨਾਂ ਨੇ ਇਸ ਚੀਜ਼ ਨੂੰ ਸਪਸ਼ਟ ਨਹੀਂ ਕਰਨਾ, ਕਿਉਂਕਿ ਉਹਨਾਂ ਦਾ ਰੋਜੀ ਰੋਟੀ ਦਾ ਸਾਧਨ, ਉਹਨਾਂ ਦਾ ਧਰਮ ਖੇਤਰ ਵਿੱਚ ਜਿਉਂਦੇ ਰਹਿਣ ਦਾ ਸਾਧਨ ਇਹ ਸੂਰਜ ਪ੍ਰਕਾਸ਼ ਗ੍ਰੰਥ ਹੈ। ਉਹ ਇਸ ਨੂੰ ਰੱਦ ਨਹੀਂ ਕਰ ਸਕਦੇ, ਭਾਵੇਂ ਵਿੰਗੇ ਟੇਢੇ ਢੰਗ ਨਾਲ ਉਹ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਤਾਂ ਚਲੇ ਜਾਂਦੇ ਨੇ, ਪਰ ਇਸ ਗ੍ਰੰਥ ਦੇ ਵਿਰੁੱਧ ਉਹ ਕੋਈ ਗੱਲ ਨਹੀਂ ਕਰਦੇ। ਆਓ ਅਸੀਂ ਇੱਕ ਅੱਜ ਐਸੀ ਕਹਾਣੀ ਨੂੰ ਜਾਣਾਂਗੇ ਜਿਹੜੀ ਸ਼੍ਰੀ ਨਾਨਕ ਪ੍ਰਕਾਸ਼ ਜਿਹੜੀ ਪੋਥੀ ਹੈ, ਸੂਰਜ ਪ੍ਰਕਾਸ਼ ਗ੍ਰੰਥ ਦਾ ਦੂਜੀ ਪੋਥੀ ਹੈ। ਇਹਨੂੰ ਸ਼੍ਰੀ ਨਾਨਕ ਪ੍ਰਕਾਸ਼ ਉੱਤਰਾਰਧ ਬੋਲਦੇ ਨੇ। ਉਹਦੇ ਉੱਤੇ ਅਸੀਂ ਵਿਚਾਰ ਕਰਨੀ ਹੈ। ਇਹ ਪੰਨਾ ਨੰਬਰ 571 ਤੋਂ ਸਾਡੀ ਗੱਲਬਾਤ ਸ਼ੁਰੂ ਹੁੰਦੀ ਹੈ। ਗੁਰੂ ਪਾਤਸ਼ਾਹ ਆਖਰੀ ਸਮਾਂ ਅਸੀਂ ਸਾਰੇ ਜਾਣਦੇ ਹਾਂ, ਅਖੀਰਲੇ 16 17 18 ਸਾਲ ਹੀ ਤਕਰੀਬਨ ਗੁਰੂ ਪਾਤਸ਼ਾਹ ਕਰਤਾਰਪੁਰ ਜੋ ਪਾਕਿਸਤਾਨ ਵਿੱਚ ਹੈ ਉੱਥੇ ਰਹੇ। ਇਸ ਸਮੇਂ ਦੌਰਾਨ ਜੋ ਕੁਝ ਵੀ ਖੇਤੀਬਾੜੀ ਦਾ ਕੰਮ ਕੀਤਾ ਹੈ, ਬਹੁਤ ਸਾਰੀ ਆਲੇ ਦੁਆਲੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ। ਪਰ ਅੱਜ ਜਿਹੜੀ ਗੱਲ ਹੈ ਇਹ ਬੜੀ ਹੀ ਡਿਫਰੈਂਟ ਹੈ, ਅਲੱਗ ਹੈ। ਇਸ ਗੱਲ ਸਾਰੀ ਵਾਰਤਾਲਾਪ ਨੂੰ, ਸਾਰੀ ਜਿਹੜੀ ਵਿਚਾਰ ਨੂੰ ਬਹੁਤ ਧਿਆਨਪੂਰਵਕ ਸੁਣਨਾ ਔਰ ਇਹ ਜਾਣਨਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਕਵੀ ਦੇ ਅੰਦਰ ਮਨ ਵਿੱਚ ਗੁਰਮਤਿ ਬਾਰੇ, ਗੁਰੂ ਨਾਨਕ ਪਾਤਸ਼ਾਹ ਬਾਰੇ ਕੀ ਚੱਲ ਰਿਹਾ। ਕਰਤਾਰਪੁਰ ਜਦੋਂ ਗੁਰੂ ਪਾਤਸ਼ਾਹ ਸਨ, ਉੱਥੇ ਸਾਰਾ ਪਰਿਵਾਰ ਸ਼੍ਰੀ ਚੰਦ, ਲక్ష్ਮੀ ਦਾਸ, ਗੁਰੂ ਜੀ ਦੇ ਮਹਿਲ ਮਾਤਾ ਸੁਲੱਖਣੀ ਜੀ, ਜਿਨ੍ਹਾਂ ਨੂੰ ਮਾਤਾ ਚੋਣੀ ਵੀ ਕਹਿੰਦੇ ਨੇ, ਕਿ ਚੋਣੀ ਗੋਤ ਸੀ ਬਟਾਲੇ ਵਾਲਿਆਂ ਦਾ, ਇਹਨਾਂ ਦੇ ਸਹੁਰਿਆਂ ਦਾ, ਅਤੇ ਮਾਤਾ ਸੁਲੱਖਣੀ ਉਹਨਾਂ ਦਾ ਨਾਂ ਸੀ। ਉਹ ਗੁਰੂ ਪਾਤਸ਼ਾਹ ਹੋਰ ਬਹੁਤ ਸਾਰੀ ਸਿੱਖ ਸੰਗਤ ਰਹਿੰਦੀ ਸੀ। ਆਹ ਕਹਾਣੀ ਥੋੜ੍ਹੀ ਜਿਹੀ ਧਿਆਨ ਨਾਲ ਸੁਣੋ। ਇੱਕ ਦਿਨ ਗੁਰੂ ਜੀ ਮਹਾਰਾਜ ਆਪਣੇ ਬਿਸਤਰੇ 'ਤੇ ਲੇਟੇ ਹੋਏ ਸਨ ਤਾਂ ਮਾਇਆ ਆਪਣਾ ਭੇਸ ਧਾਰ ਕੇ ਆਈ, ਗੁਰੂ ਜੀ ਦੇ ਦਰਸ਼ਨ ਕਰਨ ਆਏ। ਸਰੀਰ 'ਤੇ ਹੀਰੇ ਰਤਨਾਂ ਵਾਲੇ ਗਹਿਣੇ ਝਲਕ ਰਹੇ ਸਨ। ਭਾਵ ਉਹ ਜਿਹੜੀ ਔਰਤ ਆਈ ਨਾ, ਉਸਨੇ ਹੀਰੇ ਰਤਨਾਂ ਵਾਲੇ ਬਹੁਤ ਕੀਮਤੀ ਗਹਿਣੇ ਪਾਏ ਹੋਏ ਸਨ। ਸਾਰੇ ਕੱਪੜੇ ਲਾਲ ਰੰਗ ਦੇ ਸਨ। ਗੁਰੂ ਜੀ ਦੇ ਚਰਨ ਕਮਲਾਂ 'ਤੇ ਮੁੱਠੀਆਂ ਭਰ ਰਹੀ ਸੀ ਅਤੇ ਬੜੇ ਪ੍ਰੇਮ ਨਾਲ ਸੇਵਾ ਕਰ ਰਹੀ ਸੀ। ਇੱਕ ਔਰਤ ਜਿਸ ਦਾ ਨਾਮ ਮਾਇਆ ਨਾਂ ਗੋਲਮਾਲ ਰੱਖਿਆ ਹੈ ਕਿ ਮਾਇਆ ਬੋਲੇਂਗੇ ਉਹ ਛੱਲਣ ਲਈ ਫਲਾਨਾ ਬਹੁਤ ਕੁਛ, ਪਰ ਪੂਰੀ ਕਹਾਣੀ ਨੂੰ ਜਦੋਂ ਅਸੀਂ ਸਮਝਾਂਗੇ ਸਾਨੂੰ ਸਮਝ ਆਏਗੀ ਕਿ ਇਹ ਲਿਖਾਰੀ ਕਿਸ ਤਰੀਕੇ ਨਾਲ
ਔਰਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪਾਸ ਇਕੱਲਿਆਂ ਕੋਲ ਭੇਜਣਾ ਚਾਹੁੰਦਾ ਹੈ। ਔਰਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਨਾਲ ਕਿਵੇਂ ਜੋੜਨਾ ਚਾਹੁੰਦਾ ਹੈ, ਕਿਉਂਕਿ ਇਹ ਜਿਹੜੀ ਵਾਰਦਾਤ ਹੈ, ਇਹ ਜਿਹੜੀ ਵਾਰਤਾ ਹੈ, ਇਹ ਜਿਹੜਾ ਇਤਿਹਾਸ ਹੈ, ਇਹ ਸਨ 1535 1532 ਤੋਂ ਬਾਅਦ ਦਾ, ਕਦੀ ਦਾ ਵੀ ਲਾ ਲਓ, ਜਦੋਂ ਭਾਈ ਲਹਿਣਾ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆ ਚੁੱਕੇ ਸਨ, ਕਰਤਾਰਪੁਰ ਵਿਖੇ ਰਹਿ ਰਹੇ ਸਨ, ਉਦੋਂ ਦਾ ਹੈ। ਅਤੇ ਉੱਥੇ ਗੁਰੂ ਪਾਤਸ਼ਾਹ ਦੇ ਚਰਨ ਘੁੱਟਣ ਇਹ ਔਰਤ ਆਈ ਹੈ, ਜਿਸ ਨੇ ਲਾਲ ਕੱਪੜੇ ਪਹਿਨੇ ਹੋਏ ਨੇ ਅਤੇ ਬਹੁਤ ਗਹਿਣੇ ਪਹਿਨੇ ਹੋਏ ਨੇ। ਉੱਧਰੋਂ ਕੀ ਹੋਇਆ, ਇਹ ਔਰਤ ਚਰਨ ਘੁੱਟ ਰਹੀ ਹੈ ਗੁਰੂ ਪਾਤਸ਼ਾਹ ਦੇ। ਭਾਈ ਲਹਿਣਾ ਉਸ ਵੇਲੇ ਪੱਖਾ ਲੈ ਕੇ ਪ੍ਰੇਮ ਵਿੱਚ ਭਿੱਜਾ ਹੋਇਆ ਗੁਰੂ ਜੀ ਨੂੰ ਹਵਾ ਕਰਨ ਵਾਸਤੇ ਆਇਆ। ਔਰਤ ਗੁਰੂ ਨਾਨਕ ਪਾਤਸ਼ਾਹ ਦੇ, ਇਕੱਲੇ ਗੁਰੂ ਨਾਨਕ ਪਾਤਸ਼ਾਹ ਨੇ ਕਮਰੇ 'ਚ, ਅਤੇ ਉਹ ਔਰਤ ਹੈ ਜਿਹੜੀ ਬਹੁਤ ਖੂਬਸੂਰਤ, ਲਾਲ ਕੱਪੜੇ ਪਾਏ ਹੋਏ, ਗਹਿਣਿਆਂ ਨਾਲ ਸਜੀ ਹੋਈ। ਅਤੇ ਭਾਈ ਲਹਿਣਾ ਪੱਖਾ ਝੱਲਣ ਆਇਆ। ਮਾਇਆ ਦੇ ਸੁੰਦਰ ਸਰੂਪ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਇਆ, ਕੁਝ ਸਮਝ ਨਾ ਸਕਿਆ ਅਤੇ ਸ਼ਰਮਾ ਗਿਆ। ਇਹਦੇ ਵਿੱਚ ਦੋ ਲਫ਼ਜ਼ ਧਿਆਨ ਮੰਗਦੇ ਨੇ ਕਿ ਭਾਈ ਲਹਿਣਾ ਹੈਰਾਨ ਹੋਇਆ। ਹੈਰਾਨ ਅਸੀਂ ਕਦੋਂ ਹੁੰਦੇ ਹਾਂ, ਜਦੋਂ ਅਸੀਂ ਆਪਣੀ ਸੋਚ ਤੋਂ ਉਲਟ ਕੁਝ ਦੇਖਦੇ ਹਾਂ। ਜਿਹੜੀ ਸਾਡੀ ਸੋਚ ਤੋਂ ਪਰੇ ਦੀ ਗੱਲ ਹੋਵੇ, ਅਸੀਂ ਉਦੋਂ ਹੈਰਾਨ ਹੋ ਜਾਂਦੇ। ਅਤੇ ਸ਼ਰਮ ਕਦੋਂ ਆਉਂਦੀ ਹੈ, ਲੱਜਿਆ ਕਦੋਂ ਆਉਂਦੀ ਹੈ, ਬੰਦਾ ਸ਼ਰਮਾਉਂਦਾ ਕਦੋਂ ਹੈ, ਜਦੋਂ ਕੋਈ ਬਹੁਤ ਅਕਵੜ ਚੀਜ਼ ਦੇ, ਜਿਹੜੀ ਚੀਜ਼ ਜੱਚਦੀ ਨਾ ਹੋਵੇ, ਉਹ ਦੇਖ ਲੈ। ਫਿਰ ਗੁਰੂ ਨਾਨਕ ਪਾਤਸ਼ਾਹ ਔਰ ਕੋਈ ਪਰਾਈ ਔਰਤ, ਸਜੀ ਤਜੀ, ਸੋਹਣੇ ਕੱਪੜੇ ਪਾਏ ਹੋਏ, ਲਾਲ ਕੱਪੜੇ ਆਮ ਤੌਰ 'ਤੇ ਸੂਹਾ ਵੇਸ ਵਿਆਹ ਦੇ ਵੇਲੇ ਹੁੰਦਾ। ਜੇ ਪਤੀ ਕੋਲ ਔਰਤ ਜਾਂਦੀ ਹੈ, ਸੂਹਾ ਵੇਸ, ਵਿਆਹ ਦੇ ਕੱਪੜੇ, ਅਤੇ ਉਹ ਲੱਜਤ ਹੋਇਆ, ਉਹਨੂੰ ਸ਼ਰਮ ਆਈ ਕਿ ਵਾਟ ਇਜ਼ ਦਿਸ। ਜਦੋਂ ਉਹ ਇਸ ਤਰ੍ਹਾਂ ਹੋਇਆ, ਜਦ ਉਹ ਸੇਵਾ ਕਰਕੇ ਨਿਕਲ ਗਈ, ਕੀ ਹੋਇਆ, ਜਦੋਂ ਉਸਨੇ ਭਾਈ ਲਹਿਣਾ ਨੂੰ ਦੇਖਿਆ, ਉੱਥੋਂ ਨਿਕਲ ਤੁਰੀ, ਭੱਜ ਗਏ। ਇਹ ਕਹਾਣੀ ਕਿਵੇਂ ਘੜ ਰਿਹਾ, ਮੈਂ ਇੱਕ ਤੁਹਾਨੂੰ ਗੱਲ ਦੱਸ ਦੇਵਾਂ, ਮੈਂ ਇਸ ਕਹਾਣੀ ਨਾਲ ਬਿਲਕੁਲ ਸਹਿਮਤ ਨਹੀਂ। ਐਸੀ ਕੋਈ ਕਹਾਣੀ, ਐਸਾ ਕੋਈ ਇਤਿਹਾਸ ਵਾਪਰਿਆ ਨਹੀਂ। ਇਹ ਸਾਰੀ ਬੇਈਮਾਨੀ ਇਸ ਲਿਖਾਰੀ ਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਨਾਲ ਊਲ ਜਲੂਲ ਗੱਲਾਂ ਜੋੜ ਕੇ ਇਹ ਸਾਨੂੰ ਗੁੰਮਰਾਹ ਕਰ ਰਿਹਾ, ਸਿੱਖੀ ਤੋਂ ਭਟਕਾ ਰਿਹਾ। ਇਹ ਗੱਲ ਮੈਂ ਵਾਰ-ਵਾਰ ਦੱਸ ਦੇਵਾਂ। ਮੈਂ ਸਿਰਫ ਕਹਾਣੀ ਇਸ ਲਈ ਨਹੀਂ ਸੁਣਾ ਰਿਹਾ ਕਿ ਇਹ ਇਤਿਹਾਸ ਹੈ, ਇਹ ਵਾਪਰਿਆ, ਕੁਝ ਨਹੀਂ ਹੋਇਆ। ਜੋ ਕੁਝ ਕਰ ਰਿਹਾ, ਇਹ ਲਿਖਾਰੀ ਦੀਆਂ ਕਰਤੂਤਾਂ ਮੈਂ ਦੱਸ ਰਿਹਾ, ਕਿਵੇਂ ਗੁਰੂ ਪਾਤਸ਼ਾਹ ਦੇ ਨਾਲ ਕੀ ਕੁਛ ਜੋੜ ਦਿੱਤਾ ਇਸ ਲਿਖਾਰੀ ਨੇ। ਜੇਕਰ ਸਿੱਧੀ ਪੱਧਰੀ ਗੱਲ ਕਰਨੀ ਹੁੰਦੀ ਤਾਂ ਉਹ ਔਰਤ ਨੂੰ ਜਾਣ ਦੀ ਕੀ ਲੋੜ ਸੀ। ਜਸ ਸੋਚੋ ਜ਼ਰਾ, ਵੀ ਅਗਰ ਨੇਕ ਨੀਅਤੀ ਨਾਲ ਕੋਈ ਆਇਆ ਹੈ, ਉਹ ਦੂਜੇ 'ਤੇ ਆਉਣ 'ਤੇ ਭੱਜੇਗਾ ਕਿਉਂ? ਨਾ ਕੋਈ ਆਇਆ, ਨਾ ਕੋਈ ਭੱਜਿਆ। ਇਹ ਬਦਨੀਤੀ ਲਿਖਣ ਵਾਲੇ ਦੀ ਹੈ। ਇਹ ਜਿਹੜੀ ਕਹਾਣੀ ਬਣਾ ਰਿਹਾ ਨਾ, ਇਹਦੀ ਬਦਨੀਤੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਹੋ ਜਿਹਾ ਕੁਛ ਨਹੀਂ ਹੋਇਆ। ਕੋਈ ਔਰਤ ਸੀ ਤਾਂ ਦੇਖ ਕੇ ਭੱਜ ਗਈ, ਬੰਦਾ ਆਇਆ ਤਾਂ ਦੇਖ ਕੇ ਭੱਜ ਗਏ, ਹੈ ਇਹ ਆ ਗਿਆ, ਓਹੋ ਗਲਤ ਕੰਮ ਹੋ ਗਿਆ। ਉਹ ਸੇਵਾ ਕਰਕੇ ਨਿਕਲ ਗਈ। ਤਦ ਹੱਥ ਜੋੜ ਕੇ ਪੁੱਛਿਆ, ਭਾਈ ਲਹਿਣੇ ਨੇ ਪੁੱਛਿਆ, ਇਹ ਦੇਵਤਿਆਂ ਦੇ ਸਰੂਪ ਵਾਲੀ ਕੌਣ ਇਸਤਰੀ ਸੀ? ਦੇਖੋ ਕਿਵੇਂ ਕਿਵੇਂ ਸ਼ਹਿਦ ਮਿਲਾ ਕੇ ਉਹ ਸਾਨੂੰ ਜ਼ਹਿਰ ਦੇ ਰਿਹਾ। ਸ੍ਰੇਸ਼ਟ ਗਹਿਣੇ ਪਾਏ ਹੋਏ ਸਨ ਅਤੇ ਅਨੂਪਮ ਭੇਸ ਧਾਰਨ ਕੀਤਾ ਹੋਇਆ ਸੀ। ਬੜੇ ਪਿਆਰ ਨਾਲ ਤੁਹਾਡੇ ਚਰਨ ਕਮਲਾਂ ਦੀ ਸੇਵਾ ਕਰ ਰਹੀ ਸੀ। ਤੁਹਾਨੂੰ ਬੰਦਨਾ ਕਰਕੇ ਕਿਸ ਪਾਸੇ ਗਈ ਹੈ?
ਅੱਗੇ ਜਿਹੜੀ ਗੱਲ ਹੈ ਉਹ ਇਸ ਦੀ ਸ਼ੈਤਾਨੀ ਭਰੀ ਚਲਾਕੀ ਦੀ ਤੁਹਾਨੂੰ ਹੁਣ ਦੱਸਣ ਲੱਗਾ। ਅੱਗੇ ਕੀ ਭਾਈ ਲਹਿਣਾ ਦੇ ਮੁਖ ਚੋਂ ਕੀ ਕਢਵਾ ਰਿਹਾ। ਇੱਕ ਮੈਂ ਹੀ ਉਸ ਨੂੰ ਵੇਖਿਆ ਹੈ। ਭਾਈ ਲਹਿਣਾ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੂੰ ਅਸੀਂ ਘੱਟ ਘੱਟ ਕੇ ਅੰਤਰ ਕੀ ਜਾਣਤ ਕਹਿੰਦੇ ਆ, ਉਹਨਾਂ ਨੂੰ ਦੱਸ ਰਿਹਾ ਵੀ ਸਿਰਫ ਉਸ ਔਰਤ ਨੂੰ ਮੈਂ ਇਕੱਲੇ ਨੇ ਦੇਖਿਆ। ਮੈਨੂੰ ਦੱਸ ਦਿਓ ਵੀ ਕੌਣ ਸੀ, ਹੋਰ ਕਿਸੇ ਨੂੰ ਨਹੀਂ ਪਤਾ। ਜੇ ਆਪਾਂ ਕਦੀ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰਨਾ ਹੁੰਦਾ ਵੀ ਭਾਈ ਹੁਣ ਤਾਂ ਸੱਚੋ ਸੱਚ ਗੱਲ ਦੱਸ ਦੇ ਕਿਹੜੀ ਗੱਲ ਸੀ, ਹੋਰ ਕਿਸੇ ਨੂੰ ਨਹੀਂ ਪਤਾ, ਇਹ ਮੈਨੂੰ ਹੀ ਪਤਾ, ਗੱਲ ਮੇਰੇ ਤੱਕ ਹੀ ਰਹੂਗੀ। ਜਿਵੇਂ ਆਪਾਂ ਐਵੇਂ ਗੱਲ ਕਰੀ ਦੀ ਹੈ, ਐਨ ਕਹਾਣੀ ਉਸ ਤਰ੍ਹਾਂ ਬਣਾਤੀ। ਇਹ ਕਿੱਡੀਆਂ ਟੇਢੀਆਂ ਚਾਲਾਂ। ਇੱਕ ਮੈਂ ਹੀ ਉਸ ਨੂੰ ਵੇਖਿਆ ਹੈ, ਹੋਰ ਕਿਸੇ ਨਹੀਂ ਵੇਖਿਆ ਹੈ। ਉਸ ਨੂੰ ਵੇਖ ਕੇ ਮੈਂ ਦਿਲ ਵਿੱਚ ਬਹੁਤ ਹੈਰਾਨ ਹੋਇਆ ਹਾਂ। ਇਹ ਵੀ ਦੱਸਦਾ ਕਿ ਭਾਈ ਲਹਿਣਾ ਹੈਰਾਨ ਹੋਣਾ ਭਾਵ ਕਿ ਗੁਰੂ ਜੀ ਇਹ ਕੀ ਕੰਮ ਫੜਿਆ ਕਿ ਭਾਈ ਤੁਹਾਡੇ ਕੋਲ ਤੁਹਾਡੀ ਘਰ ਵਾਲੀ ਇੱਥੇ ਹੀ ਹੈ, ਮੈਂ ਇੱਥੇ ਹੀ ਹਾਂ, ਬੱਚੇ ਇੱਥੇ ਹੀ ਨੇ, ਹੋਰ ਸਿੱਖ ਇੱਥੇ ਹੀ ਨੇ। ਵੀ ਜੇ ਤੁਹਾਡੀਆਂ ਲੱਤਾਂ ਹੀ ਦੁਖਦੀਆਂ ਸਨ ਤੇ ਸਾਨੂੰ ਕਹਿ ਦਿੰਦੇ, ਅਸੀਂ ਦਵਾ ਦਿੰਦੇ। ਮਤਲਬ ਕਹਿਣ ਤੋਂ ਭਾਵ ਇਹ ਹੀ ਹੈ। ਹੈਰਾਨ ਹੋਣ ਦਾ ਮਤਲਬ ਕੀ ਹੋਇਆ? ਹੈਰਾਨ ਹੋਣ ਦਾ ਮਤਲਬ ਤਾਂ ਇਹ ਹੀ ਹੈ ਕਿ ਉਹ ਡਾਈਜੈਸਟ ਨਹੀਂ ਕਰ ਪਾ ਰਿਹਾ ਵੀ ਇਹ ਕੀ ਗੱਲ ਹੈ, ਇਹ ਗੁਰੂ ਸਾਹਿਬ ਨੇ ਇੱਦਾਂ ਕਿਉਂ ਕੀਤਾ। ਆਓ ਸੁਣੋ। ਇੱਕ ਮੈਂ ਹੀ ਉਸ ਨੂੰ ਵੇਖਿਆ ਹੈ, ਹੋਰ ਕਿਸੇ ਨਹੀਂ ਵੇਖਿਆ ਹੈ। ਉਸ ਨੂੰ ਵੇਖ ਕੇ ਮੈਂ ਦਿਲ ਵਿੱਚ ਬਹੁਤ ਹੈਰਾਨ ਹੋਇਆ ਹਾਂ। ਇਹ ਸੁਣ ਕੇ ਗੁਰੂ ਜੀ ਭੇਦ ਦੱਸਣ ਹੇਤ ਬੋਲੇ, ਤੇਰੇ ਉੱਤੇ ਕਰਤਾਰ ਦੀ ਮਿਹਰ ਹੈ। ਲਓ ਜੀ, ਗੁਰੂ ਸਾਹਿਬ ਭਾਈ ਲਹਿਣਾ ਨੂੰ ਮਸਕਾ ਲਾ ਰਿਹਾ, ਤੇਰੇ ਤੇ ਕਿਰਪਾ, ਇੱਥੇ ਗੱਲ ਰੱਖ ਲੈ, ਤੇਰੇ ਤੇ ਕਿਰਪਾ, ਹੋਰ ਕਿਸੇ ਨੂੰ ਉਹ ਦਿਖਾਈ ਨਹੀਂ ਦਿੰਦੀ। ਤੇਰੇ ਤੇ ਕਰਤਾਰ ਦੀ ਮਿਹਰ ਹੈ, ਤਦ ਹੀ ਤੂੰ ਉਸ ਦਾ ਸੁੰਦਰ ਸਰੂਪ ਵੇਖ ਸਕਿਆ ਹਾਂ। ਹੋਰ ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੀ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਇਹ ਪੰਨਾ ਨੰਬਰ 571-72 ਚੱਲ ਰਿਹਾ, ਪੋਥੀ ਨੰਬਰ 2, ਕਿਉਂਕਿ ਕਿਸੇ ਨੇ ਰੈਫਰ ਕਰਨਾ ਹੋਵੇ ਤਾਂ ਕਰ ਸਕਦਾ। ਉਹ ਹੋਰ ਕਿਸੇ ਨੂੰ ਨਜ਼ਰ ਨਹੀਂ ਆਉਂਦੀ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਜੱਗ ਵਿੱਚ ਜਿਹੜੇ ਮਾਇਆ ਰੂਪੀ ਮਨੁੱਖ ਹਨ, ਉਹਨਾਂ ਸਭ ਨੂੰ ਇਸ ਭਰਮਾਇਆ ਹੈ, ਕੋਈ ਵੀ ਬਚਿਆ ਨਹੀਂ ਹੈ। ਲਓ ਜੀ, ਕੋਈ ਵੀ ਬਚਿਆ ਨਹੀਂ। ਅਤੇ ਇਸ ਕਰਕੇ ਗੁਰੂ ਨਾਨਕ ਦੇ ਚਰਨਾਂ ਵਿੱਚ ਵੀ ਆ ਗਏ ਭਰਮਾਉਣ ਲਈ। ਪਰ ਗੁਰੂ ਨਾਨਕ ਨੇ ਕਹਿਣਾ ਮੈਂ ਤਾਂ ਭਰਮਾਇਆ ਨਹੀਂ ਗਿਆ। ਚਲੋ, ਇਸ ਵਾਸਤੇ ਉਹ 12 ਕੋ ਦੂਰ ਤੋਂ ਆਉਂਦੀ ਹੈ, ਪਰ ਸਾਡੇ ਸਾਹਮਣੇ ਉਸ ਦੇ ਵੱਲ ਚੱਲ ਨਹੀਂ ਸਕਦੇ। ਲਓ ਜੀ, 12 ਕੋ ਦੋ ਤਰ੍ਹਾਂ ਲਿਖਿਆ। ਇੱਕ ਤਾਂ ਕੋਹ ਦੇ ਲਿਖਿਆ 4000 ਗਜ਼, ਇੱਕ ਤਾਂ 2000 ਵੀ ਲਾਈਏ ਤੇ ਕੋਈ 23-24 ਕਿਲੋਮੀਟਰ ਬਣ ਜਾਂਦੇ ਆ। ਕੋਈ ਸਾਧਨ ਤਾਂ ਹੈ ਨਹੀਂ ਸੀ। ਜਿਹੜੀ ਔਰਤ ਹੁਣ ਇਹ ਕੋਈ ਮਾਇਆ ਉਹ ਨਹੀਂ ਬਣ ਕੇ ਆਈ, ਇਹ ਵੀ ਧਿਆਨ ਰੱਖਣਾ ਕਿ ਜੇ ਕਹੋ ਨਾ ਵੀ ਇਹ ਕੋਈ ਮਾਇਆ ਕੋਈ ਬਣ ਕੇ ਆਈ ਛੱਲਣ ਲਈ, ਟੈਸਟ ਲੈਣ ਲਈ, ਉਹ ਮਾਇਆ ਨਹੀਂ। ਇਹ ਅਸਲੀ ਮਾਇਆ ਔਰਤ ਹੈ ਜਿਹੜੀ 12 ਕੋਹ ਤੋਂ ਆਉਂਦੀ ਆ। ਤਾਂ ਜੇਕਰ ਦੂਜੇ ਕੋਹ ਲੈਣੇ ਹੁਣ ਵੱਡੇ ਜਿਹੜੇ 4000 ਗਜ਼ ਵਾਲੇ, ਫਿਰ ਤਾਂ 44 12 ਚੌਕ 48 ਬਣ ਜਾਣੇ ਆ 12 ਕੋਹ ਤੋਂ। 48 ਨੇ ਤਾਂ 47 46 47 ਤਾਂ ਬਣ ਹੀ ਜਾਣੇ ਆ, ਕਿਉਂਕਿ ਉਹ ਗਜ਼ ਹੁੰਦੇ ਉੱਥੇ ਮੀਟਰ ਹੁੰਦੇ ਆ। ਅਤੇ ਇਹਦਾ ਮਤਲਬ ਸੱਚਮੁੱਚ ਹੀ ਕੋਈ ਔਰਤ ਹੈ, ਐਵੇਂ ਕੋਈ ਬਣੀ ਬਣਾਈ ਨਹੀਂ ਆਉਂਦੀ, 12 ਕੋਹ ਤੋਂ ਆਉਂਦੀ ਹੈ। ਇਹ ਵੀ ਗੱਲ ਪੱਕੀ ਹੋ ਗਈ। 12 ਕੋਹ ਤੋਂ ਆਉਂਦੀ ਹੈ, ਪਰ ਸਾਡੇ ਸਾਹਮਣੇ ਉਹਦਾ ਕੋਈ ਵਲਛਲ ਨਹੀਂ ਚੱਲਦਾ। ਓਕੇ, ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਭੈੜੀ ਚਾਲ ਵਾਲੇ ਹੋ ਜਾਂਦੇ ਹਨ। ਇੱਥੇ ਸੇਵਾ ਕਰਨ ਵਾਸਤੇ ਆਈ ਸੀ, ਸੇਵਾ ਕਰਨ। ਕਮਾਲ ਹੈ, ਸਾਡੇ ਸਤਿਗੁਰੂ ਇਹੋ ਜਿਹੇ ਸਨ। ਕੋਈ ਔਰਤ ਕੋਈ 12 ਕਿਲੋਮੀਟਰ ਤੱਕ ਸੇਵਾ ਕਰਦੀ ਹੈ, ਉਹਨੂੰ ਇਹ ਨਹੀਂ ਕਹਿ ਸਕਦੇ ਬੀਬੀ ਘਰ ਬੈਠਿਆ ਕਰ, ਆਪਣੇ ਪਤੀ ਦੀ ਸੇਵਾ ਕਰਿਆ ਕਰ।
ਉਹ ਤੈਨੂੰ ਕਮਾ ਕੇ ਖਵਾਉਂਦਾ, ਉਹ ਮਿਹਨਤ ਕਰਦਾ, ਉਹਦੇ ਲੱਤਾਂ ਗੋਡੇ ਘੁੱਟਿਆ ਕਰ। ਮੇਰੇ ਕੋ ਘਟਾਉਣੇ ਹੋਣ, ਇੱਥੇ ਮੇਰੀ ਘਰ ਵਾਲੀ ਵੀ ਹੈਗੀ ਹੈ, ਮੇਰੇ ਹੋਰ ਬਹੁਤ ਗੁਰਸਿੱਖ ਮੇਰੇ ਪੁੱਤਰ ਸਾਰੇ ਸੰਗਤ ਇੱਥੇ ਹੈਗੀ ਹੈ, ਤੈਨੂੰ ਇੰਨੀ ਖੇਚਲ ਕਰਨ ਦੀ ਲੋੜ ਨਹੀਂ। 12 ਕੋ ਮੰਨ ਲਓ 24 ਕਿਲੋਮੀਟਰ ਜਾਂ 48 ਕਿਲੋਮੀਟਰ ਜੇ ਵੱਡੇ ਆ ਤਾਂ, ਅਤੇ ਐਡੀ ਦੂਰੋਂ ਆ ਕੇ ਰੋਜ਼ ਜਾਣਾ, ਸੇਵਾ ਕਰਨ ਆਉਣਾ, ਕਮਾਲ ਦੀ ਗੱਲ ਨਹੀਂ। ਗੁਰੂ ਨਾਨਕ ਪਾਤਸ਼ਾਹ ਮੰਨ ਲਓ ਇੰਨੀ ਆਪਣੀ ਸੇਵਾ ਕਰਾਉਣੀ ਚਾਹੁੰਦੇ, ਸਾਨੂੰ ਉਹਨੂੰ ਕਿਹਾ ਨਹੀਂ ਕਿ ਬੀਬੀ ਇੱਥੇ ਆਉਣ ਦੀ ਲੋੜ ਨਹੀਂ ਕੋਈ। ਅੱਛਾ, ਹੋਰ ਸੁਣੋ। ਜਦ ਅਸੀਂ ਦੂਸਰਾ ਸਰੂਪ ਧਾਰਨ ਕਰਦੇ ਹਾਂ, ਫਿਰ ਇਹ 6 ਕੋਹ 'ਤੇ ਸਥਿਤ ਹੋ ਜਾਂਦੀ ਹੈ। ਜਦ ਅਸੀਂ ਤੀਸਰਾ ਸਰੂਪ ਧਾਰਨ ਕਰਦੇ ਹਾਂ ਤਾਂ ਦਰਵਾਜ਼ੇ 'ਤੇ ਚੱਲ ਕੇ ਆ ਜਾਂਦੀ ਹੈ, ਸੇਵਾ ਕਰਦੀ ਹੈ ਅਤੇ ਹਰ ਤਰ੍ਹਾਂ ਪ੍ਰਸੰਨ ਕਰਦੀ ਹੈ। ਮਤਲਬ ਕੀ ਕਹੀਏ, ਕੋਈ ਔਰਤ ਕਿਸੇ ਆਦਮੀ ਨੂੰ ਹਰ ਤਰ੍ਹਾਂ ਪ੍ਰਸੰਨ ਕਰਦੀ ਹੈ, ਉਹਦਾ ਮਤਲਬ ਕੀ ਹੈ? ਉਹ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਚੋਂ ਇਹ ਵਚਨ ਕਢਵਾ ਰਿਹਾ ਕਵੀ। ਉਹ ਔਰਤ ਜਿਹੜੀ ਲਾਲ ਕੱਪੜੇ ਪਾ ਕੇ ਹਾਰੀ ਸ਼ਿੰਗਾਰੀ ਆਉਂਦੀ ਸੀ, ਗੁਰੂ ਨਾਨਕ ਪਾਤਸ਼ਾਹ ਨੂੰ ਹਰ ਤਰ੍ਹਾਂ ਨਾਲ ਪ੍ਰਸੰਨ ਕਰਦੀ ਸੀ, ਕਰਦੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਕਵੀ ਕਢਵਾ ਰਿਹਾ। ਸਿੱਖੋ, ਸਾਨੂੰ ਥੋੜ੍ਹੀ ਬਹੁਤ ਤਾਂ ਸ਼ਰਮ ਪਾਓ ਆਉਣੀ ਚਾਹੀਦੀ ਆ। ਇਹੋ ਜਿਹੇ ਲਿਖਾਰੀ ਦੀਆਂ ਲਿਖਤਾਂ ਨੂੰ, ਇਹੋ ਜਿਹੇ ਗ੍ਰੰਥ ਨੂੰ ਅਸੀਂ ਸਿਰ 'ਤੇ ਚੁੱਕਿਆ ਹੋਇਆ। ਸ਼ਰਮ ਆਉਣੀ ਚਾਹੀਦੀ, ਸਾਨੂੰ ਮਹਿਸੂਸ ਹੋਣੀ ਚਾਹੀਦੀ ਹੈ ਵੀ ਇਹ ਕਵੀ ਸਾਡਾ ਨਹੀਂ, ਸਾਡਾ ਸਖਾ ਨਹੀਂ, ਇਹ ਗੁਰੂ ਦੀ ਮਿੱਟੀ ਪਲੀਤ ਕਰ ਰਿਹਾ। ਮੈਂ ਅਰਥ ਕਰਕੇ ਦੱਸ ਰਿਹਾ, ਜੇ ਕਿਸੇ ਨੂੰ ਸ਼ੱਕ ਹੋਵੇ ਇਹ ਪੜ੍ਹ ਲਿਓ ਆਪ। ਜੇ ਮੈਂ ਉਹਨਾਂ ਦਾ ਉੱਤੇ ਵੀ ਪੜ੍ਹ ਕੇ ਦੱਸ ਦਿੰਦਾ। ਦੁਤੀਆ ਸਰੂਪ ਧਰੈ ਹਮ ਜਬ ਹੀ, ਖਸ਼ਟ ਕੋਸ ਪਰ ਥਿਤ ਹਵੈ ਤਬ ਹੀ, ਤ੍ਰਿਤੀਏ ਤਨ ਧਰ ਪਰ ਚੱਲ ਆਵੈ, ਸੇਵ ਕਰੇ ਸਭ ਭਾਂਤ ਰਜਾਵੈ, ਸਭ ਭਾਂਤ ਰਜਾਵੈ। ਸਾਰੇ ਤਰ੍ਹਾਂ ਨਾਲ ਪ੍ਰਸੰਨ ਕਰਨਾ, ਆਨੰਦ ਦੇਣਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਮੁਖ ਚੋਂ ਕਵੀ ਕਢਵਾ ਰਿਹਾ। ਹੁਣ ਤੁਸੀਂ ਅੰਦਾਜ਼ਾ ਲਗਾ ਲਓ ਇਹ ਕੀ ਹੈ। ਜੇ ਮੈਂ ਤਾਂ ਉਹ ਦੱਸ ਰਿਹਾ, ਹੁਣ ਜੇ ਤੁਸੀਂ ਇਹਦਾ ਕੋਈ ਹੋਰ ਮਤਲਬ ਕੱਢਣਾ, ਇਹ ਤੁਹਾਡੀ ਮਰਜ਼ੀ ਹੈ। ਗ੍ਰੰਥ ਨੂੰ ਜਿਉਂਦਾ ਰੱਖਣਾ, ਮੈਨੂੰ ਪਤਾ ਤੁਸੀਂ ਕੋਈ ਹੋਰ ਮਤਲਬ ਕੱਢ ਲੈਣਾ, ਪਰ ਆਮ ਸੰਗਤ ਜਿਹੜਾ ਇਹਦਾ ਮਤਲਬ ਸਹੀ ਸਮਝ ਸਕਦਾ, ਉਹਨਾਂ ਲਈ ਵੀਡੀਓ ਹੈ। ਤਰੇ ਚਤੁਰ ਥੀ ਜਬ ਹਮ ਦੇਹੀ, ਚੌਂ ਦਰ ਪਰਵਿਸ਼ ਆਵੇ ਇਹੀ, ਇਸ ਪ੍ਰਕਾਰ ਸਭ ਭੇਦ ਬਤਾਵਾ, ਸੁਣ ਲੈਣਾ ਹਿਰਦੇ ਹਰ ਖਾਵਾ। ਜਾਂ ਗੁਰੂ ਸਾਹਿਬ ਕਹਿ ਰਹੇ ਨੇ, ਜਦ ਅਸੀਂ ਚੌਥਾ ਸਰੀਰ ਧਾਰਨ ਕਰਦੇ ਹਾਂ, ਇਹ ਚਾਰੇ ਦਰਵਾਜ਼ਿਆਂ ਰਾਹੀਂ ਪ੍ਰਵੇਸ਼ ਕਰਦੀ ਹੈ, ਪੂਰੀ ਤਰ੍ਹਾਂ ਗੁਰੂ ਸਾਹਿਬ ਦੇ ਕਬਜ਼ਾ ਕਰ ਲੈਂਦੀ ਆ। ਚਾਰੇ ਦਰਵਾਜ਼ਿਆਂ ਤਾਂ ਹੀ ਪ੍ਰਵੇਸ਼ ਕਰਨਾ, ਮਤਲਬ ਹੁਣ ਮੈਂ ਇਹਦੇ ਅਰਥ ਨਹੀਂ ਕਰਾਂਗਾ। ਇਹ ਚਾਰੇ ਸਾਰੇ ਪਾਸਿਓਂ ਹਰ ਤਰ੍ਹਾਂ ਨਾਲ ਉਹ ਦਾਖਲ ਹੋ ਜਾਂਦੀ ਹੈ। ਚੌਥਾ ਸਰੀਰ ਧਾਰਨ ਕਰਦੇ ਹਾਂ, ਇਹ ਚਾਰੇ ਦਰਵਾਜ਼ਿਆਂ ਰਾਹੀਂ ਪ੍ਰਵੇਸ਼ ਕਰਦੀ ਹੈ। ਇਸ ਪ੍ਰਕਾਰ ਗੁਰੂ ਜੀ ਨੇ ਸਾਰਾ ਭੇਦ ਦੱਸਿਆ। ਭਾਈ ਲਹਿਣਾ ਇਹ ਸੁਣ ਕੇ ਬਹੁਤ ਪ੍ਰਸੰਨ ਹੋਇਆ। ਹੁਣ ਇਸ ਤੋਂ ਵੱਡੀ ਗੱਲ ਮੈਂ ਇਸ ਤੋਂ ਅੱਗੇ ਮੇਰੇ ਕੋਲ ਕਹਿਣ ਨੂੰ ਕੁਛ ਨਹੀਂ ਆ। ਇਸ ਲਿਖਾਰੀ ਨੇ ਕਿੱਥੋਂ ਸ਼ੁਰੂ ਕੀਤਾ, ਕਿੱਥੇ ਸਾਨੂੰ ਪਹੁੰਚਾ ਦਿੱਤਾ। ਔਰਤ ਨੂੰ ਗੁਰੂ ਦੇ ਨੇੜੇ, ਗੁਰੂ ਦੇ ਨਾਲ ਕੀ ਕੁਝ ਕਰਦਾ ਇਸ ਨੇ ਦੱਸ ਦਿੱਤਾ। ਭਾਈ ਜੇ ਤੁਹਾਨੂੰ ਹੋਰ ਕੁਝ ਸਮਝ ਆਉਂਦਾ, ਤੁਹਾਡੀ ਮਰਜ਼ੀ ਹੈ। ਮੈਨੂੰ ਜੋ ਸਮਝ ਆਉਂਦਾ, ਜੋ ਅਰਥ ਕੀਤੇ ਹੋਏ ਨੇ, ਤੁਹਾਨੂੰ ਪੜ੍ਹ ਕੇ ਸਮਝਾ ਦਿੱਤੇ। ਭਾਈ ਜੇ ਇਸ ਕਵੀ ਨੂੰ, ਇਸ ਗ੍ਰੰਥ ਨੂੰ ਤੁਸੀਂ ਸਿੱਖੀ ਦਾ ਗ੍ਰੰਥ ਮੰਨਦੇ ਹੋ, ਤਾਂ ਮੈਂ ਉਸ ਸਿੱਖੀ ਵਿੱਚ ਨਹੀਂ ਹਾਂ ਜਿਹੜੀ ਸਿੱਖੀ ਇਸ ਗ੍ਰੰਥ ਨੂੰ ਆਪਣਾ ਗ੍ਰੰਥ ਮੰਨਦੀ ਹੈ। ਇਸ ਵਿੱਚ ਕੁਝ ਵੀ ਨਹੀਂ ਹੈ। ਮੈਨੂੰ ਆਮ ਤੌਰ 'ਤੇ ਇਹ ਬਹੁਤ ਸਾਡੇ ਕਥਾਵਾਚਕ ਸਿਆਣੇ ਕਹਿਣਗੇ, ਜੀ ਇਹਦੇ ਵਿੱਚ ਬਹੁਤ ਕੰਮ ਦੀਆਂ ਗੱਲਾਂ, ਇਤਿਹਾਸਕ ਸਰੋਤ ਹੈ। ਮੈਂ ਕਿਹਾ ਜੀ ਮੈਂ ਆ ਪੂਰਾ ਪੜ੍ਹਿਆ, ਜਿਹੜੇ 2 ਭਾਗ ਨੇ ਗੁਰੂ ਨਾਨਕ ਪ੍ਰਕਾਸ਼ ਦੇ, ਉਹਦੇ ਵਿੱਚ
ਦੋ ਸੰਨ ਲਿਖੇ ਨੇ, ਇੱਕ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦਾ ਪ੍ਰਕਾਸ਼ ਦਾ, ਇੱਕ ਉਹਨਾਂ ਦੇ ਜੋਤੀ ਜੋਤ ਸਮਾਉਣ ਦਾ। ਦੋਨਾਂ ਸੰਨਾਂ ਦੇ ਨਾਲ, ਦੋਨਾਂ ਮਿਤੀਆਂ ਦੇ ਨਾਲ ਸਿੱਖ ਵਿਦਵਾਨ ਸਹਿਮਤ ਨਹੀਂ ਹਨ। ਹੋਰ ਇਹਦੇ ਵਿੱਚ ਕੋਈ ਇਤਿਹਾਸਕ ਗੱਲ ਨਹੀਂ ਲਿਖੀ। ਪਾਤਰਾਂ ਦੇ ਨਾਂ ਨੇ, ਪਾਤਰਾਂ ਦੇ ਨਾਂ ਸੱਚੇ ਵੀ ਹੋ ਸਕਦੇ ਨੇ, ਝੂਠੇ ਵੀ ਹੋ ਸਕਦੇ ਨੇ। ਅਸਥਾਨਾਂ ਦੇ ਨਾਂ ਦੇ ਨੇ, ਉਹ ਸੱਚੇ ਵੀ ਹੋ ਸਕਦੇ ਨੇ, ਝੂਠੇ ਵੀ ਹੋ ਸਕਦੇ ਨੇ। ਜਦੋਂ ਕਿਸੇ ਚੀਜ਼ ਵਿੱਚੋਂ ਇੱਕ ਕੰਪੋਨੈਂਟ ਕੱਢ ਲਈਏ, ਇਤਿਹਾਸ ਹੁੰਦਾ ਹੈ ਕਿ ਕਦੋਂ, ਕਿੱਥੇ, ਕਿਵੇਂ, ਕਿਹਦੇ ਨਾਲ ਕੀ ਹੋਇਆ, ਇਹ ਸਾਰੀਆਂ ਚੀਜ਼ਾਂ ਦਾ ਉੱਤਰ ਇਤਿਹਾਸ ਦਿੰਦਾ। ਇਹਨਾਂ ਵਿੱਚੋਂ ਇੱਕ ਕੱਢ ਲਓ, ਕਦੋਂ ਕਦੋਂ ਕੱਢ ਲਿਆ, ਬਾਕੀ ਸਾਰਾ ਇਤਿਹਾਸ ਨਹੀਂ ਰਹਿ ਜਾਂਦਾ, ਉਹ ਮਿਥਿਹਾਸ ਹੋ ਜਾਂਦਾ। ਕਦੋਂ ਹੋਇਆ ਨਹੀਂ, ਕਿੱਥੇ ਹੋਇਆ ਉਹ ਕੱਢ ਲਓ ਤਾਂ ਵੀ ਮਿਥਿਹਾਸ। ਪਰ ਮੇਨ ਕੰਪੋਨੈਂਟ ਇਹਦਾ ਹੈ ਸਨ, ਤਰੀਕ। ਉਹ ਇਸ ਗ੍ਰੰਥ ਵਿੱਚ ਬਹੁਤ ਘੱਟ, ਵਿਰਲੀ ਕਿਤੇ ਲਿਖੀ ਹੈ, ਉਹ ਵੀ ਮਨ ਪਾਉਂਦੀ ਆਪਣੀ ਲਿਖੀ ਹੈ। ਇਸ ਕਰਕੇ ਭਾਈ ਮੇਰੀ ਨਜ਼ਰੇ ਇਹ ਗ੍ਰੰਥ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪੂਰਨ ਤੌਰ 'ਤੇ ਰੱਦ ਕਰਦਾ, ਗੁਰੂ ਸਾਹਿਬਾਨ ਦੀ ਸ਼ਖਸੀਅਤਾਂ ਨੂੰ ਮਲੀਨ ਕਰਦਾ। ਹਾਲੇ ਗੁਰੂ ਨਾਨਕ ਪਾਤਸ਼ਾਹ ਦੀ ਸ਼ਖਸੀਅਤ ਬਾਰੇ ਦੇਖਿਆ, ਅੱਗੇ ਗੁਰੂ ਹਰਗੋਬਿੰਦ ਸਾਹਿਬ ਦੀ ਸ਼ਖਸੀਅਤ ਬਾਰੇ ਤੁਸੀਂ ਦੇਖੋਗੇ, ਸਾਰੇ ਗੁਰੂ ਸਾਹਿਬਾਨ ਦੇ ਨਾਲ ਕੁਝ ਨਾ ਕੁਝ ਇਸ ਨੇ ਜ਼ਰੂਰ ਜੋੜ ਦਿੱਤਾ ਤਾਂ ਕਿ ਸਾਡਾ ਵਿਸ਼ਵਾਸ ਡੋਲ ਜਾਵੇ। ਇਹ ਸਾਰਾ ਇਤਿਹਾਸ ਨੂੰ ਮਿਥਿਹਾਸ ਬਣਾ ਕੇ ਪੇਸ਼ ਕੀਤਾ। ਆਓ ਅਸੀਂ ਆਪਣੇ ਆਪ ਨੂੰ ਸਮਝਾਈਏ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਇਹਨਾਂ ਗ੍ਰੰਥਾਂ ਕੂੜ ਗ੍ਰੰਥਾਂ ਤੋਂ ਛੁਟਕਾਰਾ ਪਾਈਏ। ਉਹੀ ਬੇਨਤੀ ਕਿ ਜੇਕਰ ਵਿਚਾਰ ਅੱਛੇ ਲੱਗਣ ਤਾਂ ਭਈ ਇਹ ਸਾਂਝੇ ਕਰੋ ਸਾਰਿਆਂ ਨਾਲ, ਅਤੇ ਮੇਰਾ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ ਅਤੇ ਸਾਂਝਾ ਪਾਓ, ਇਸ ਨੂੰ ਫੈਲਾਓ ਤਾਂ ਕਿ ਇਹ ਸਾਰਾ ਪ੍ਰੈਸ਼ਰ ਬਣੇ ਸਾਡੇ ਪ੍ਰਬੰਧਕਾਂ 'ਤੇ, ਉਹ ਇਸ ਗ੍ਰੰਥ ਦੀ ਕਥਾ ਗੁਰਦੁਆਰਿਆਂ ਵਿੱਚੋਂ ਬੰਦ ਕਰਾਉਣ ਤਾਂ ਕਿ ਸਾਡੇ ਗੁਰੂ ਸਾਹਿਬਾਨ ਦੀ ਸ਼ਖਸੀਅਤ ਦੇ ਨਾਲ ਜਿਹੜੀ ਮਲੀਨ ਅਸ਼ਲੀਲ ਕਹਾਣੀਆਂ ਲਿਖੀਆਂ ਹੋਈਆਂ ਉਸ ਤੋਂ ਛੁਟਕਾਰਾ ਹੋ ਸਕੇ, ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਸਕੀਏ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।